ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਅਸ਼ਟਮੀ ਦਾ ਦਿਨ ਚੜ੍ਹਿਆ ਤਾਂ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਾ ਕੇ ਗੁਰੂ ਜੀ ਪਿਤਾ ਜੀ ਦਾ ਸ਼ਰਾਧ ਮਰਿਆਦਾ ਅਨੁਸਾਰ ਕਰਨ ਲੱਗੇ। ਭਾਵੇਂ ਗੁਰੂ ਜੀ ਨੂੰ ਜਿਨ੍ਹਾਂ ਦਾ ਨਾਮ ਲੈ ਕੇ ਅਨੇਕਾਂ ਪ੍ਰਾਣੀਆਂ ਨੇ ਮੁਕਤੀਦਾਨ ਪਾਇਆ ਹੈ, ਸ਼ਰਾਧ ਕਰਾਉਣ ਦੀ ਲੋੜ ਨਹੀਂ ਸੀ, ਪਰ ਫਿਰ ਵੀ ਸੰਸਾਰੀ ਮਰਿਆਦਾ ਦਾ ਪਾਲਣ ਕਰਨ ਵਾਸਤੇ ਇਹ ਲੀਲਾ ਰਚਨਾ ਕੀਤੀ। ਜਦ ਸ਼ਰਾਧ ਮਰਿਆਦਾ ਪੂਰਵਕ ਸਮਾਪਤ ਹੋ ਗਿਆ ਤਾਂ ਗੁਰੂ ਜੀ ਲੰਗਰ ਸਥਾਨ ਵਿੱਚ ਚਲੇ ਗਏ। ਚਾਰੇ ਵਰਨਾਂ ਦੀਆਂ ਪੰਗਤਾਂ ਬਿਠਾਲ ਕੇ ਭੋਜਨ ਵਰਤਾਉਣ ਵਾਸਤੇ ਵਰਤਾਵੇ ਲਾ ਦਿੱਤੇ। ਸਭ ਲੋਕ ਪੰਚਾ ਮਿੱਤਰ ਪੂਰੀ, ਕਚੌਰੀ, ਖੀਰ, ਪੂੜੇ ਆਦਿ ਬਹੁਤ ਸਵਾਦਿਸ਼ਟ ਭੋਜਨ ਛਕ ਕੇ ਬੜੇ ਪ੍ਰਸੰਨ ਹੋਏ। ਜਦ ਸਭ ਵੱਡੀਆਂ ਪੰਗਤਾਂ ਪ੍ਰਸ਼ਾਦ ਛਕ ਕੇ ਉੱਠ ਗਈਆਂ ਤਾਂ ਗੁਰੂ ਜੀ ਨੇ ਰਸੋਈਏ ਨੂੰ ਆਖਿਆ ਕਿ ਪਹਿਰ ਰਾਤ ਤੱਕ ਜਿਹੜਾ ਆਵੇ ਸਭ ਨੂੰ ਭੋਜਨ ਛਕਾਉਣਾ। ਇਹ ਆਗਿਆ ਕਰਕੇ ਗੁਰੂ ਜੀ ਆਪ ਧਰਮਸ਼ਾਲਾ ਵਿੱਚ ਆ ਬਿਰਾਜਮਾਨ ਹੋਏ। ਉਪਰੰਤ ਬਹੁਤ ਦੂਰ ਦੂਰ ਤੋਂ ਲੋਕਾਂ ਨੇ ਆਣ ਕੇ ਭੋਜਨ ਛਕਿਆ। ਇਸ ਤਰ੍ਹਾਂ ਭੋਜਨ ਭੰਡਾਰ ਵਿੱਚ ਹੀ ਅਸ਼ਟਮੀ ਦਾ ਸਾਰਾ ਦਿਨ ਬੀਤ ਗਿਆ। ਗੁਰੂ ਜੀ ਦਾ ਸਮਾਉਣਾ ਸੁਣ ਕੇ ਦੂਰ ਦੂਰ ਤੋਂ ਲੋਕ ਦਰਸ਼ਨ ਕਰਨ ਵਾਸਤੇ ਆਏ ਅਤੇ ਕਰਤਾਰਪੁਰ ਵਿੱਚ ਹਰ ਸ਼੍ਰੇਣੀ ਦੇ ਬਹੁਤ ਲੋਕ ਇਕੱਠੇ ਹੋ ਗਏ। ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਅਤੇ ਕੀਰਤਨ ਹੋ ਰਿਹਾ ਸੀ। ਦਰਸ਼ਨ ਕਰਨ ਵਾਲੇ ਲੋਕਾਂ ਦੀ ਚਾਰ ਚੁਫੇਰੇ ਭੀੜ ਲੱਗ ਗਈ ਹੋਈ ਸੀ। ਇਸ ਸਮੇਂ ਮਾਤਾ ਸੁਲੱਖਣੀ ਜੀ ਵੀ ਗੁਰੂ ਜੀ ਪਾਸ ਦੀਨ ਮਨ ਹੋ ਕੇ ਆਣ ਬੈਠੇ। ਤਦ ਗੁਰੂ ਜੀ ਨੇ ਇੱਕ ਸਿੱਖ ਨੂੰ ਆਖਿਆ ਕਿ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਵੀ ਬੁਲਾ ਕੇ ਲੈ ਆਓ। ਜਦ ਸੇਵਕ ਨੇ ਜਾ ਕੇ ਸਾਹਿਬਜ਼ਾਦਿਆਂ ਨੂੰ ਇਹ ਗੱਲ ਆਖੀ ਕਿ ਗੁਰੂ ਜੀ ਚਲਾਣਾ ਕਰਨ ਲੱਗੇ ਹਨ, ਚੱਲ ਕੇ ਦਰਸ਼ਨ ਕਰ ਲਵੋ ਅਤੇ ਜੋ ਕੁਝ ਇੱਛਿਆ ਹੋਵੇ ਗੱਲਬਾਤ ਕਰ ਲਵੋ। ਤਦ ਸਾਹਿਬਜ਼ਾਦਿਆਂ ਨੇ ਹੱਸ ਕੇ ਕਿਹਾ, ਜਿਵੇਂ ਸਪਤਮੀ ਨੂੰ ਸਮਝਾਉਣ ਲੱਗੇ ਸਨ ਉਸ ਤਰ੍ਹਾਂ ਅੱਜ ਵੀ ਸਮਝਾਉਣਗੇ। ਜਦ ਸੇਵਕ ਨੇ ਇਹ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਗੁਰੂ ਜੀ ਚੁੱਪ ਹੋ ਰਹੇ। ਇਸ ਸਮੇਂ ਸਧਾਰਨ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿਹੜੇ ਵਿੱਚ ਲੇਪਨ ਦੇ ਕੇ ਚੰਦਨ ਆਦਿ ਸੁਗੰਧੀਆਂ ਨਾਲ ਸਾਰਾ ਘਰ ਸੁਗੰਧਿਤ ਕਰ ਦਿੱਤਾ ਹੈ ਅਤੇ ਜਿਸ ਸਥਾਨ ਤੇ ਆਪ ਜੀ ਨੇ ਦੱਸਿਆ ਹੈ ਉੱਥੇ ਕੁਸ਼ਾ ਵਿਛਾ ਦਿੱਤੀ ਹੈ। ਇਹ ਗੱਲ ਸੁਣ ਕੇ ਸਿੱਖਾਂ ਦੀਆਂ ਅੱਖਾਂ ਚੋਂ ਜਲ ਚੋ ਪਿਆ ਤੇ ਸਭ ਦੇ ਮਨ ਮੁਰਝਾ ਗਏ। ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਕਿਹਾ, ਹੇ ਸਿੱਖੋ, ਤੁਸੀਂ ਸ਼ੌਕਮਾਨ ਕਿਉਂ ਹੁੰਦੇ ਹੋ? ਇਸ ਸਰੀਰ ਦਾ ਮੋਹ ਝੂਠਾ ਹੈ। ਜਿਵੇਂ ਦਿਨ ਹੁੰਦਾ ਹੈ ਤੇ ਫਿਰ ਰਾਤ ਆਉਂਦੀ ਹੈ, ਤਿਵੇਂ ਹੀ ਇਸ ਸਰੀਰ ਦਾ ਮਿਲਣਾ ਤੇ ਵਿਛੜਨਾ ਹੁੰਦਾ ਹੈ। ਜੋ ਪੁਰਸ਼ ਸ਼ਬਦ ਨਾਲ ਮਿਲਦੇ ਹਨ ਉਹ ਕਦੇ ਨਹੀਂ ਵਿਛੜਦੇ। ਜਿਨ੍ਹਾਂ ਦੀ ਸਾਨੂੰ ਮਿਲਣ ਦੀ ਇੱਛਾ ਹੈ ਉਹਨਾਂ ਨੂੰ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ। ਨਾਮ ਦਾ ਸੋਨਾ ਮੰਨਣਾ ਤੇ ਸਿਮਰਨ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਫਿਰ ਕਦੇ ਸਾਡੇ ਨਾਲੋਂ ਵਿਛੜਨਾ ਨਹੀਂ ਹੋਵੇਗਾ। ਨਾਮ ਤੋਂ ਬਿਨਾਂ ਹੋਰ ਜੋ ਕੁਝ ਵੀ ਸੰਸਾਰ ਵਿੱਚ ਪਸਾਰਾ ਦਿਸ ਰਿਹਾ ਹੈ ਉਹ ਸਭ ਨਾਸ਼ਵੰਤ ਹੈ। ਸੂਰਜ ਚੰਦ ਦਾ ਵੀ ਸਮਾਂ ਪਾ ਕੇ ਨਾਸ਼ ਹੋ ਜਾਂਦਾ ਹੈ। ਸੁਮੇਰ ਜੋ ਦੇਵਤਿਆਂ ਦਾ ਆਸਰਾ ਹੈ ਉਸ ਨੂੰ ਵੀ ਨਾਸ਼ ਹੁੰਦਿਆਂ ਇੱਕ ਛਿਨ ਨਹੀਂ ਲੱਗਦਾ। ਪ੍ਰਿਥਵੀ ਜਲ ਤੇ ਵੱਡੇ ਸਮੁੰਦਰ ਵੀ ਕਾਲ ਅੱਗੇ ਨਹੀਂ ਠਹਿਰਦੇ। ਅਗਨੀ ਪੌਣ ਜੋ ਬਹੁਤ ਬਲਵਾਨ ਹਨ ਉਹ ਵੀ ਸਮਾਂ ਪਾ ਕੇ ਬਲਹੀਨ ਹੋ ਜਾਂਦੇ ਹਨ। ਮਹਾਬਲੀ ਰਾਜੇ, ਦੈਂਤ, ਦੇਵਤੇ ਅਤੇ ਅਵਤਾਰ ਸਭ ਦੇ ਸਿਰ ਤੇ ਕਾਲ ਦਾ ਡੰਕਾ ਵੱਜ ਰਿਹਾ ਹੈ। ਇੰਦਰ, ਕੁਬੇਰ ਆਦਿ ਨੂੰ ਨਾਸ਼ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮ, ਵਿਸ਼ਨੂੰ ਪਾਲਣ ਕਰਨ ਵਾਲਾ ਅਤੇ ਸ਼ਿਵ ਸਭ ਦਾ ਨਾਸ਼ ਕਰਨ ਵਾਲਾ ਹੈ। ਇਹਨਾਂ ਦਾ ਵੀ ਸਮਾਂ ਪਾ ਕੇ ਨਾਸ਼ ਹੋ ਜਾਏਗਾ। ਜੀਵਾਂ ਦੀ ਕਿਹੜੀ ਗੱਲ ਹੈ? ਕਾਲ ਨੇ ਸਭ ਕਿਸੇ ਨੂੰ ਗਰਸਿਆ ਹੋਇਆ ਹੈ, ਕਿਸੇ ਨੇ ਥਿਰ ਨਹੀਂ ਰਹਿਣਾ। ਇਸ ਕਰਕੇ ਸ਼ਬਦ ਦਾ ਅਭਿਆਸ ਕਰੋ, ਰਾਤ ਦਿਨ ਸਤਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਬਹੁਤ ਉਪਦੇਸ਼ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਦਿੱਤੀ। ਜਦ ਸੂਰਜ ਚੜ੍ਹਨ ਦਾ ਸਮਾਂ ਹੋਇਆ ਤਾਂ ਗੁਰੂ ਜੀ ਧਰਮਸ਼ਾਲਾ ਤੋਂ ਬਾਹਰ ਆਣ ਕੇ ਉੱਪਰ ਚਾਦਰਾ ਲੈ ਕੇ ਕੁਸ਼ਾਂ ਦੇ ਆਸਣ ਉੱਤੇ ਲੰਮੇ ਪੈ ਗਏ। ਮਾਤਾ ਸੁਲੱਖਣੀ ਜੀ ਨੇ ਵਿਚਾਰਿਆ ਕਿ ਮੇਰੇ ਪੁੱਤਰ ਜੇ ਹੁਣ ਇਸ ਸਮੇਂ ਵੀ ਆਪਣੇ ਪਿਤਾ ਨੂੰ ਨਾ ਮਿਲੇ ਤਾਂ ਪਿੱਛੋਂ ਪਛਤਾਉਣਗੇ। ਇਸ ਵਾਸਤੇ ਮਾਤਾ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਹੁਣ ਸਾਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਵੋ। ਇਸ ਸਮੇਂ ਉਹਨਾਂ ਦਾ ਤੁਹਾਡੇ ਪਾਸ ਹੋਣਾ ਜ਼ਰੂਰੀ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਿਆ। ਤਦ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਆਣ ਕੇ ਬੜੀ ਸ਼ਰਧਾ ਨਾਲ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਸਰਬ ਗੁਣਾਂ ਦੀ ਖਾਨ ਪਿਤਾ ਜੀ, ਸਾਨੂੰ ਇਹ ਪਤਾ ਨਹੀਂ ਸੀ ਕਿ ਆਪ ਸੱਚਮੁੱਚ ਸਾਨੂੰ ਮਿਲਣ ਤੋਂ ਬਿਨਾਂ ਹੀ ਜੋਤੀ ਜੋਤ ਸਮਾ ਜਾਓਗੇ। ਇਸ ਕਰਕੇ ਸਾਡੀ ਭੁੱਲ ਬਖਸ਼ ਕੇ ਬੇਨਤੀ ਪ੍ਰਵਾਨ ਕਰੋ ਅਤੇ ਸਾਨੂੰ 2 ਘੜੀਆਂ ਵਾਸਤੇ ਦਰਸ਼ਨ ਦੇ ਜਾਓ। ਸਾਹਿਬਜ਼ਾਦਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਉੱਠ ਬੈਠੇ ਅਤੇ ਕਿਹਾ, ਜੇ ਤੁਸੀਂ ਸਾਡਾ ਬਹੁਤ ਸਮੇਂ ਲਈ ਜੀਵਨ ਮੰਗਦੇ ਤਾਂ ਅਸੀਂ ਤੁਹਾਡੀ ਉਹ ਬੇਨਤੀ ਵੀ ਪ੍ਰਵਾਨ ਕਰ ਲੈਣੀ ਸੀ, ਪਰ ਤੁਸੀਂ ਕੇਵਲ 2 ਘੜੀਆਂ ਹੀ ਮੰਗੀਆਂ ਹਨ। ਜੋ ਨਿਰੰਕਾਰ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਕਦੀ ਵੱਧ ਘੱਟ ਨਹੀਂ ਹੁੰਦਾ। ਹੁਣ ਜੋ ਕੁਝ ਤੁਹਾਡੇ ਮਨ ਵਿੱਚ ਹੈ
ਉਹ ਆਖੋ। ਤਦ ਸ਼੍ਰੀ ਚੰਦ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਿਤਾ ਦੀ ਜਾਇਦਾਦ ਦੇ ਪੁੱਤਰ ਅਧਿਕਾਰੀ ਹੁੰਦੇ ਹਨ, ਪਰ ਤੁਸੀਂ ਸਾਨੂੰ ਖਾਲੀ ਛੱਡ ਕੇ ਸ਼੍ਰੀ ਲਹਿਣਾ ਜੀ ਨੂੰ ਆਪਣੇ ਥਾਪ ਚੱਲੇ ਹੋ। ਇਹ ਤੁਸਾਂ ਅਯੋਗ ਕਾਰ ਕੀਤੀ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਲੱਖਾਂ ਨੇਕੀਆਂ ਪੁੰਨ ਤਪ ਤੀਰਥ ਇਸ਼ਨਾਨ ਸੂਰਮ ਗਤੀ ਦੇ ਕਰਮ ਗਿਆਨ ਧਿਆਨ ਵੇਦਾਂ ਪੁਰਾਣਾਂ ਦੇ ਪਾਠ ਆਦਿ ਇਹ ਸਭ ਸਿਆਣਪਾਂ ਤੇ ਚਤੁਰਾਈਆਂ ਉਸ ਸਿਰਜਣਹਾਰ ਅੱਗੇ ਜਿਸ ਨੇ ਜੀਵ ਦਾ ਜੰਮਣਾ ਮਰਨਾ ਲਿਖਿਆ ਹੈ ਨੀ ਸਫਲ ਹਨ। ਪ੍ਰਾਪਤ ਉਹੀ ਵਸਤੂ ਹੋਵੇਗੀ ਜਿਹੜੀ ਜੀਵ ਵਾਸਤੇ ਨਿਯਤ ਕਰ ਦਿੱਤੀ ਹੈ। ਸੋ ਤੁਸੀਂ ਬੇਫਿਕਰ ਰਹੋ, ਸਭ ਕੁਝ ਲੈਣਾ ਜਾਂ ਦੇਣਾ ਕਰਤਾਰ ਦੇ ਹੱਥ ਹੈ, ਹੋਰ ਕਿਸੇ ਦੇ ਨਹੀਂ। ਇਹ ਬਚਨ ਸੁਣ ਕੇ ਦੋਹਾਂ ਪੁੱਤਰਾਂ ਨੇ ਕਿਹਾ, ਪਿਤਾ ਜੀ, ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ। ਜਿਵੇਂ ਤੁਹਾਨੂੰ ਪ੍ਰਵਾਨ ਹੋਵੇ, ਅਸੀਂ ਤੁਹਾਡੇ ਪੁੱਤਰ ਹਾਂ। ਆਪਣੇ ਨਾਮ ਦੀ ਤੁਹਾਨੂੰ ਹੀ ਲਾਜ ਹੈ। ਗੁਰੂ ਜੀ ਨੇ ਇਉਂ ਪੁੱਤਰਾਂ ਨੂੰ ਦੀਨ ਹੋਏ ਵੇਖ ਕੇ ਕਿਹਾ, ਤੁਹਾਡੀ ਕੁੱਲ ਵਿੱਚ ਰਿਧੀਆਂ ਸਿੱਧੀਆਂ ਰਹਿਣਗੀਆਂ, ਕਿਸੇ ਪਦਾਰਥ ਦੀ ਤੋਟ ਨਹੀਂ ਆਵੇਗੀ। ਗੁਰੂ ਪੀਰਾਂ ਦੇ ਕੂਕਰਾਂ ਨੂੰ ਵੀ ਸਾਰਾ ਜਗਤ ਮੰਨਦਾ ਹੈ। ਤੁਸੀਂ ਤਾਂ ਸਾਡੇ ਸਾਹਿਬਜ਼ਾਦੇ ਹੋ, ਤੁਹਾਨੂੰ ਕਿਉਂ ਸਭ ਪਦਾਰਥ ਭੇਟਾ ਨਹੀਂ ਕਰਨਗੇ। ਤੁਹਾਡੇ ਵਿੱਚ ਕਰਾਮਾਤ ਹੋਵੇਗੀ, ਸਾਡੇ ਸਿੱਖ ਤੁਹਾਡੀ ਪੂਜਾ ਕਰਨਗੇ, ਪਰੰਤੂ ਜੋ ਸ਼ਬਦ ਦੀ ਵਡਿਆਈ ਹੈ ਉਹ ਸ਼੍ਰੀ ਅੰਗਦ ਜੀ ਨੂੰ ਬਣ ਆਈ ਹੈ। ਤੁਸੀਂ ਇਸ ਤੇ ਖੇਦ ਪ੍ਰਗਟ ਨਾ ਕਰੋ। ਇਸ ਸਮੇਂ ਭਾਈ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੀ, ਆਪ ਜੀ ਨੇ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਵਾਸਤੇ ਸਿੱਖਾਂ ਪ੍ਰਤੀ ਹੁਕਮ ਕੀਤਾ ਹੈ, ਇਸ ਦੇ ਯਥਾਰਥ ਅਰਥ ਸਿੱਖ ਆਪ ਜੀ ਦੇ ਮੁਖਾਰ ਬਿੰਦ ਤੋਂ ਸੁਣਨਾ ਚਾਹੁੰਦੇ ਹਨ। ਤਦ ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਫਰਮਾਇਆ ਸੀ ਕਿ ਹੇ ਸਿੱਖੋ, ਵਾਹਿਗੁਰੂ ਨਾਮ ਦੇ ਅਰਥ ਸੁਣੋ, ਜਿਸ ਦੇ ਸਿਮਰਨ ਕਰਨ ਨਾਲ ਬਹੁਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ 84 ਕੱਟੀ ਜਾਂਦੀ ਹੈ। ਇੱਥੇ ਗੁਰੂ ਜੀ ਨੇ ਇੱਕ ਅਸ਼ਟਕ ਜਾਣ ਕੇ 8 ਛੰਦਾ ਸਿਮਰਨ ਕੀਤਾ। ਵਾਹਿਗੁਰੂ ਦੇ ਨਾਮ ਦਾ ਇੱਕ ਅਸ਼ਟਕ ਅਰਥ ਸੁਣ ਕੇ ਸਾਰੀ ਸੰਗਤ ਪ੍ਰਸੰਨ ਹੋ ਗਈ। ਭਾਈ ਬੁੱਢਾ ਜੀ ਨੇ ਖੜੇ ਹੋ ਕੇ ਗੁਰੂ ਜੀ ਦੀ ਬਹੁਤ ਉਸਤਤੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ ਕਿਹਾ, ਆਪ ਦੁੱਖ ਰੂਪ ਸਮੁੰਦਰ ਨੂੰ ਨਾਸ਼ ਕਰਨ ਵਾਲੇ ਅਗ ਸਤ ਮੁਨੀ ਹੋ। ਸਾਰਿਆਂ ਵਿੱਚ ਤੁਹਾਡਾ ਵਾਸਾ ਹੈ, ਸਭ ਵਿੱਚ ਖੇਲ ਕਰਦੇ ਹੋ। ਕਰੋੜਾਂ ਜੀਵਾਂ ਨੂੰ ਜੋ ਮੋਹ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਤੁਸਾਂ ਮੁਕਤੀ ਬਖਸ਼ੀ ਹੈ। ਆਪ ਜੀ ਦੀ ਸਦਾ ਹੀ ਜੈ ਹੋਵੇ, ਜੈ ਹੋਵੇ। ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਭਾਈ ਬੁੱਢਾ ਜੀ ਦੇ ਇਹ ਸ਼ਰਧਾ ਪੂਰਵਕ ਵਾਕ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਬੁੱਢਾ ਜੀ ਨੂੰ ਭਾਈ ਪਦ ਦੀ ਬਖਸ਼ਿਸ਼ ਕੀਤੀ। ਇਸ ਦਿਨ ਤੋਂ ਸਭ ਸਿੱਖ ਆਪ ਜੀ ਨੂੰ ਭਾਈ ਬੁੱਢਾ ਜੀ ਆਖ ਕੇ ਸਤਿਕਾਰ ਕਰਨ ਲੱਗ ਪਏ। ਇਸ ਤਰ੍ਹਾਂ ਸਿੱਖਾਂ ਨੂੰ ਸਤਨਾਮ ਦਾ ਉਪਦੇਸ਼ ਅਤੇ ਧੀਰਜ ਸਹਿਤ ਵਰਦਾਨ ਦੇ ਕੇ ਆਪ ਜੀ ਨੇ ਫਰਮਾਇਆ ਕਿ ਸਾਡੇ ਚੁਫੇਰੇ ਕਨਾਤ ਤਾਣ ਦਿਓ ਤੇ ਆਪ ਸਾਰੇ ਇਸ ਦੇ ਬਾਹਰ ਜਾ ਕੇ ਸਤਨਾਮ ਦਾ ਜਾਪ ਕਰੋ। ਜਦ ਸਿੱਖਾਂ ਨੇ ਇਸ ਤਰ੍ਹਾਂ ਕਰ ਦਿੱਤਾ ਤਾਂ ਗੁਰੂ ਜੀ ਚਿੱਟੀ ਚਾਦਰ ਤਾਣ ਕੇ ਕੁਸ਼ਾ ਦੇ ਆਸਣ ਉੱਤੇ ਲੰਮੇ ਪੈ ਗਏ। ਸਾਰੇ ਸਿੱਖ ਸੇਵਕਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਚਲਾਣਾ ਕਰ ਗਏ ਹਨ। ਸਭ ਇਸਤਰੀ ਪੁਰਸ਼ਾਂ ਦੀਆਂ ਅੱਖਾਂ ਚੋਂ ਗੁਰੂ ਜੀ ਦਾ ਨਾਮ ਲੈ ਕੇ ਜਲ ਜਾਣ ਲੱਗ ਪਿਆ। ਆਪ ਜੀ ਦਾ ਅੰਤਮ ਸਰੀਰਕ ਸੰਸਕਾਰ ਕਰਨ ਲੱਗਿਆਂ ਹਿੰਦੂ ਕਹਿਣ ਸਾਡਾ ਗੁਰੂ ਹੈ, ਅਸਾਂ ਦੇਹੀ ਦਾ ਸੰਸਕਾਰ ਕਰਨਾ ਹੈ। ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸਾਂ ਦੇਹੀ ਨੂੰ ਕਬਰ ਵਿੱਚ ਪਾਉਣਾ ਹੈ। ਇਸ ਤਰ੍ਹਾਂ ਜਦ ਦੋਹਾਂ ਨੇ ਕਨਾਤ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਜੀ ਦਾ ਸਰੀਰ ਅਲੋਪ ਸੀ, ਕੇਵਲ ਚਿੱਟਾ ਚਾਦਰਾ ਹੀ ਉੱਥੇ ਰਹਿ ਗਿਆ ਸੀ, ਜੋ ਹਿੰਦੂ ਮੁਸਲਮਾਨਾਂ ਨੇ ਅੱਧਾ ਅੱਧਾ ਕਰਕੇ ਹਿੰਦੂਆਂ ਨੇ ਅਗਨ ਭੇਟ ਕਰ ਦਿੱਤਾ ਤੇ ਮੁਸਲਮਾਨਾਂ ਨੇ ਦਫਨ ਕਰ ਦਿੱਤਾ। ਉਧਰ ਜਦ ਗੁਰੂ ਜੀ ਬਿਬਾਨ ਤੇ ਚੜ੍ਹ ਕੇ ਸੱਚਖੰਡ ਨੂੰ ਚੱਲੇ ਤਾਂ ਆਕਾਸ਼ ਵਿੱਚ ਦੇਵਤਿਆਂ ਨੇ ਜੈ ਜੈਕਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ। ਅਪਸਰਾਂ ਨੇ ਖੁਸ਼ੀ ਵਿੱਚ ਨਿਰਤਕਾਰੀ ਕੀਤੀ ਅਤੇ ਬ੍ਰਹਮਾ ਨੇ ਚੰਦਨ ਛਿੜਕਾਇਆ। ਮੁਖੀ ਦੇਵਤਿਆਂ ਨੇ ਆਰਤੀ ਕੀਤੀ ਅਤੇ ਸੰਖਾਂ ਘੰਟਿਆਂ ਘੜਿਆਲਾਂ ਦੀ ਧੁਨੀ ਕੀਤੀ। ਇਸ ਤਰ੍ਹਾਂ ਦੇਵ ਮੰਡਲਾਂ ਵਿੱਚ ਖੁਸ਼ੀਆਂ ਦੀ ਗਹਿਮਾ ਗਹਿਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਮ ਧਾਮ ਸੱਚਖੰਡ ਵਿੱਚ ਜਾ ਬਿਰਾਜੇ। ਇਸ ਤਰ੍ਹਾਂ ਗੁਰੂ ਜੀ 22 ਸਤੰਬਰ 1539 ਈਸਵੀ ਨੂੰ ਸੱਚਖੰਡ ਵਿਖੇ ਜਾ ਬਿਰਾਜੇ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।